क्या बात है गई जी। ਦੋਸਤੋ ਜੇ ਤੁਹਾਨੂੰ ਲੱਗਦਾ ਕਿ ਟ੍ਰੇਨ ਸਿਰਫ ਪਟਰੀ ਦੇ ਉੱਤੇ ਹੀ ਚੱਲਦੀ ਹੈ ਤੇ ਜਾਪਾਨ ਦੀ ਹੈ ਉਲਟੀ ਲਟਕੀ ਹੋਈ ਟ੍ਰੇਨ ਤੁਹਾਨੂੰ ਹੈਰਾਨ ਕਰਕੇ ਰੱਖ ਦੇਗੀ। ਜ਼ਿੰਦਗੀ 'ਚ ਪਹਿਲੀ ਵਾਰੀ ਹਰਮ ਦਾ ਗੋਸ਼ਤ ਖਾ ਰਹੇ ਹਾਂ। ਲੋ ਜੀ ਇਹ ਜਾਪਾਨ ਦੀ ਲਟਕੀ ਟ੍ਰੇਨ, ਇਹਦਾ ਨਾਂ ਹੈ ਮੋਨੋਰੇਲ ਚੀਬਾ। ਭਾਜਨ ਇਹਦਾ ਸਫ਼ਰ ਕਰਾ ਦਿਓ ਅੱਜ। ਹੈ ठीक है जनाब, ਮੋਨੋਰੇਲ ਦੀ ਸੈਰ ਕਰਾ ਦਿਓ। चलने हैं फिर। आ जाओ, ਚਲੀਏ। सच्ची बात आए हो तो फिर कहते तनाव होवो तो फिर ज्यादा ही है ना। कहते तनाव होवो तो फिर ਮੈਂ ज्यादा ही है ਇਹਨੂੰ ਸਿਰਫ ਹੁਣ ਤੱਕ ਟਿਕਟੌਕ ਤੇ ਹੀ ਵੇਖਿਆ। ना। हाँ तो फिर अज फिर ਤੁਹਾਨੂੰ ਝੂਟਾ ਵੀ ਦਵਾਨੇ ਆ ਤਾਂ। ਚਲੀਏ ਮੋਨੋਰੇਲ ਦਾ ਇਹ ਇੱਕ ਬਹੁਤ ਖੂਬਸੂਰਤ ਸ਼ਾਹਕਾਰ ਹੈ। ਇਹ ਕਿੰਨੇ ਕਿਲੋਮੀਟਰ ਦਾ ਇੱਕ ਟਰੈਕ ਹੈ ਔਰ ਸ਼ਹਿਰ ਦੇ ਵਿੱਚ ਕਿਉਂਕਿ ਜਗ੍ਹਾ ਨਹੀਂ ਹੈ ਤੇ ਇਹਨਾਂ ਨੇ ਬੜੀ ਪਤਲੀ ਜਗ੍ਹਾ ਦੇ ਉੱਤੇ ਨਾ ਛੋਟੇ ਛੋਟੇ ਦੋ ਪਿਲਰਾਂ ਦੇ ਵਿੱਚੋਂ ਲਮਕਣ ਵਾਲੀ ਟ੍ਰੇਨ ਬਣਾ ਦਿੱਤੀ। ਉਹਦੇ ਇਹਦੇ ਸਿਰਫ ਦੋ ਹੀ ਡੱਬੇ ਹੁੰਦੇ ਨੇ। ਦੋ ਹੀ ਡੱਬੇ ਨੇ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਹੈ ਕਿ ਵਜ਼ਨ ਜਿਹੜਾ ਹੈ ਜਿੰਨਾ ਕੁ ਚੁੱਕ ਸਕਦਾ ਹੈ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਟ੍ਰੇਨ ਦਾ ਖੁਦ ਦਾ ਵੀ ਵਜ਼ਨ ਹੈ ਕਿਉਂਕਿ ਇਹ ਉਤੋਂ ਲਟਕ ਰਹੀ ਹੈ। ਉਤੋਂ ਲਟਕ ਰਹੀ ਹੈ ਤੇ ਜਦੋਂ ਪੈਸੇਂਜਰ ਜਿਹੜਾ ਹੈ ਉਦੋਂ ਔਨ ਬੋਰਡ ਹੁੰਦਾ ਹੈ ਉਹਨਾਂ ਦਾ ਵੀ ਵਜ਼ਨ ਫਿਰ ਉਹਦੇ ਹਿਸਾਬ ਨਾਲ ਸਿਰਫ ਜਿਹੜਾ ਨਾ ਬਿਲਕੁਲ ਸਿੱਧਾ ਟਰੈਕ ਵੀ ਨਹੀਂ ਨਾ, ਬਹੁਤ ਜ਼ਿਆਦਾ ਜਿਹੜੇ ਨੇ ਦਰਮਿਆਨ ਚ ਕਰਵ ਆਉਂਦੇ ਨੇ। ਇਹ ਤੁਸੀਂ ਹੁਣ ਜਦੋਂ ਉੱਤੇ ਬੈਠੋਗੇ ਤੇ ਫਿਰ ਇਨਸ਼ਾਅੱਲਾ ਤੁਸੀਂ ਦੇਖੋਗੇ ਕਾਫੀ ਚਲੋ ਜ਼ਿਆਦਾ ਦੋਸਤੋ ਜਿਹੜੀਆਂ ਨੇ ਨਾ ਇਹਦੀਆਂ। ਚੱਲਨੇ ਆ, ਆਪ ਵੀ ਇੰਜੋਏ ਕਰਨੇ ਆ, ਤੁਹਾਨੂੰ ਵੀ ਦੱਸਣੇ ਆ ਮੋਨੋਰੇਲ ਚੀਬਾ। ਦੋਸਤੋ ਇਹ ਮੋਨੋਰੇਲ ਦੁਨੀਆ ਦੀ ਸਭ ਤੋਂ ਲੰਬੀ ਸਸਪੈਂਡਡ ਮੋਨੋਰੇਲ ਹੈ ਤੇ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਵੀ ਇਹ ਦਰਜ ਹੈ। ਇਹਦੀ ਕੁੱਲ ਲੰਬਾਈ ਜਿਹੜੀ ਹੈ ਉਹ 15.2 ਕਿਲੋਮੀਟਰ ਹੈ ਤੇ ਇਹਦੀ ਦੋ ਲਾਈਨਾਂ ਨੇ, ਇੱਕ ਜਾਣ ਵਾਲੀ ਤੇ ਇੱਕ ਆਉਣ ਵਾਲੀ। ਤੇ ਇਹ ਜਿਹੜੀ ਟ੍ਰੇਨ ਹੈ ਨਾ ਇਹ ਪਟਰੀ ਦੇ ਉੱਤੇ ਨਹੀਂ ਚੱਲਦੀ। ਇਹਦੀ ਖਾਸ ਗੱਲ ਇਹ ਹੈ ਕਿ ਇਹ ਪਟਰੀ ਦੇ ਨਾਲ ਲਮਕ ਕੇ ਚੱਲਦੀ ਹੈ ਤੇ ਇਹਦੀਆਂ ਬੜੀਆਂ ਵਜੂਹਾਤ ਨੇ, ਉਹ ਤੁਹਾਨੂੰ ਅੱਗੇ ਚੱਲ ਕੇ ਦੱਸਣਾ ਵਾ ਕਿ ਇਸ ਟ੍ਰੇਨ ਨੂੰ ਬਣਾਇਆ ਕਿਉਂ ਗਿਆ ਸੀ। ਕਿਉਂਕਿ ਜਾਪਾਨ ਜਿਹੜਾ ਉਹ ਇੱਕ ਜ਼ਲਜ਼ਲਾ ਜ਼ਦਾ ਮੁਲਕ ਹੈ, ਇੱਥੇ ਜ਼ਲਜ਼ਲੇ ਕਾਫੀ ਆਉਂਦੇ ਨੇ। ਇਸ ਵਜ੍ਹਾ ਤੋਂ ਇਸ ਮੋਨੋਰੇਲ ਨੂੰ ਅਰਥਕੁਇਕ ਰੈਜ਼ਿਸਟੈਂਟ ਦੇ ਤੌਰ ਦੇ ਉੱਤੇ ਬਣਾਇਆ ਗਿਆ, ਯਾਨੀ ਕਿ ਇਹ ਜ਼ਲਜ਼ਲਾ ਪ੍ਰੂਫ ਹੈ ਤੇ ਅਗਰ ਬਹੁਤ ਸ਼ਦੀਦ ਜ਼ਲਜ਼ਲਾ ਆਉਂਦਾ ਹੈ ਤੇ ਇਹ ਖੁਦਕਾਰ ਤਰੀਕੇ ਦੇ ਨਾਲ ਨਾ ਆਪੇ ਹੀ ਰੁਕ ਜਾਂਦੀ ਹੈ। ਜਿਹੜਾ ਬੰਦਾ ਪਹਿਲੀ ਦਫਾ ਇਸ ਟ੍ਰੇਨ 'ਤੇ ਸਫ਼ਰ ਕਰਦਾ ਨਾ ਉਹਨੂੰ ਬਹੁਤ ਨਾ ਡਰ ਜਿਹਾ ਲੱਗਦਾ ਕਿਉਂਕਿ ਥੱਲੇ ਸਾਰਾ ਸ਼ਹਿਰ ਨਜ਼ਰ ਆ ਰਿਹਾ ਹੁੰਦਾ, ਸੜਕਾਂ ਨਜ਼ਰ ਆਉਂਦੀਆਂ ਨੇ, ਇਮਾਰਤਾਂ ਨਜ਼ਰ ਆਉਂਦੀਆਂ ਨੇ। ਇਹ ਵਿੱਚੋਂ ਵਿੱਚ ਜਿਹੜੀ ਹੈ ਨਾ ਕਿ ਹਰ ਸ਼ਹਿਰ ਨੂੰ ਚੀਰਦੀ ਨਾ ਇੱਕਦਮ ਹਵਾ 'ਚ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿ ਇਹ ਤੁਹਾਨੂੰ ਨਜ਼ਰ ਆ ਰਿਹਾ ਨਾ, ਇੱਕਦਮ ਸਟੇਸ਼ਨ ਤੋਂ ਟੁਰਦੀ ਹੈ ਤੇ ਥੱਲੇ ਇਹ ਜਿੱਥੇ ਡਰਾਈਵਰ ਬੈਠੇ ਆ ਨਾ, ਇਹਦੇ ਡਰਾਈਵਰ ਦੇ ਨਾਲ ਇੱਕ ਸ਼ੀਸ਼ਾ ਵੀ ਲੱਗਿਆ ਜਿਹੜਾ ਥੱਲੇ ਤੱਕ ਸੜਕ ਨਜ਼ਰ ਆਉਂਦੀ ਨਾ, ਫਰੰਟ ਸ਼ੀਸ਼ੇ ਤੋਂ ਵੀ ਸਾਰੀਆਂ ਸੜਕਾਂ ਨਜ਼ਰ ਆਉਂਦੀਆਂ ਨੇ। ਅੱਗੇ ਚੱਲ ਕੇ ਇਹ ਵੇਖ ਰਹੇ ਹੋ ਥੱਲੇ ਸਾਰੀ, ਔਰ ਬਹੁਤ ਜ਼ਿਆਦਾ ਉੱਚੀ ਹਾਈਟ ਹੈ। ਮਤਲਬ ਹੈ ਕਿ ਵੇਖ ਕੇ ਖੌਫ ਆਉਂਦਾ, ਇੰਝ ਲੱਗਦਾ ਕਿ ਬੰਦਾ ਹਵਾ 'ਚ ਉੱਡ ਰਿਹਾ। ਨਾ ਕੋਈ ਟ੍ਰੈਫਿਕ ਜਾਮ ਦਾ ਮਸਲਾ ਹੁੰਦਾ ਤੇ ਲੋਕ ਇਹਨੂੰ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਨੇ। ਜਿਹੜੇ ਕੰਮਾਂ ਕਾਰਾਂ 'ਤੇ ਜਾਂਦੇ ਨੇ ਨਾ ਉਹ ਟਾਈਮੋ ਟਾਈਮ ਕੰਮ 'ਤੇ ਪਹੁੰਚ ਜਾਂਦੇ ਨੇ। ਤੇ ਇੱਕ ਹੋਰ ਵਜ੍ਹਾ ਹੈ ਕਿ ਇੱਥੇ ਜਗ੍ਹਾ ਬਹੁਤ ਘੱਟ ਹੈ, ਜਿਹਦੀ ਵਜ੍ਹਾ ਤੋਂ ਕਿ ਇਹ ਵੇਖ ਰਹੇ ਹੋ ਦੋ ਛੋਟੇ ਛੋਟੇ ਪਿੱਲਰ ਨੇ ਥੱਲੇ ਤੇ ਉਹਨਾਂ ਦੇ ਵਿੱਚ ਇੱਕ ਢਾਂਚਾ ਤਿਆਰ ਕਰਕੇ, ਇਹ ਸਾਰਾ ਲੋਹੇ ਦਾ ਢਾਂਚਾ ਹੈ ਨਾ, ਤੇ ਦੋ ਲਾਈਨਾਂ ਬਣਾਈਆਂ ਗਈਆਂ ਨੇ ਜਿਹਦੇ ਵਿੱਚ ਇਹ ਜਾਣ ਤੇ ਆਉਣ ਵਾਲੀ ਟ੍ਰੇਨ ਜਿਹੜੀ ਹੈ ਗੁਜ਼ਰਦੀ ਹੈ ਨਾ। ਇੰਨਾ ਜ਼ਿਆਦਾ ਸਾਫ਼ ਸੁਥਰਾ ਟਰੈਕ ਵੇਖ ਕੇ ਮੈਨੂੰ ਇੰਝ ਲੱਗਾ ਕਿ ਇਹ ਚੰਦ ਸਾਲ ਪਹਿਲੇ ਹੀ ਬਣੀ ਹੋਣੀ ਹੈ ਟ੍ਰੇਨ ਨਾ, ਹਰ ਸ਼ੈ ਮੇਨਟੇਨ। ਲੇਕਿਨ ਮੈਂ ਜਦੋਂ ਰਿਸਰਚ ਕੀਤੀ ਇਹਦੀ ਤੇ 1988 'ਚ ਬਣੀ, ਯਾਨੀ ਕਿ ਮੇਰੇ ਜੰਮਣ ਤੋਂ ਵੀ ਪਹਿਲੇ। ਮੈਂ 1992 'ਚ ਪੈਦਾ ਹੋਇਆ ਵਾਂ ਤੇ ਇਹ ਟ੍ਰੇਨ ਜਿਹੜੀ ਹੈ ਮੇਰੇ ਜੰਮਣ ਤੋਂ ਵੀ ਪਹਿਲੇ ਦੀ ਬਣੀ ਹੈ। ਬਹਰਹਾਲ ਮੈਂ ਤਾਂ ਬਹੁਤ ਜ਼ਿਆਦਾ ਇੰਜੋਏ ਕਰ ਰਿਹਾ, ਖਿੜਕੀ ਤੋਂ ਥੱਲੇ ਪੂਰਾ ਸ਼ਹਿਰ ਨਜ਼ਰ ਆ ਰਿਹਾ। ਜਾਪਾਨ ਦੇ ਵਿੱਚ ਮੈਨੂੰ ਤਕਰੀਬਨ 8 ਸਾਲ ਹੋ ਗਏ ਨੇ ਰਹਿੰਦੇ ਹੋਇਆਂ ਤੇ ਮੈਂ ਜਦੋਂ ਵੀ ਇਹ ਟ੍ਰੇਨ ਟਿਕਟੌਕ 'ਤੇ ਜਾਂ ਫੇਸਬੁੱਕ 'ਤੇ ਜਾਂ ਯੂਟਿਊਬ 'ਤੇ ਵੇਖਣਾ ਸਾਂ ਨਾ ਤੇ ਮੈਂ ਹਮੇਸ਼ਾ ਸੋਚਣਾ ਸਾਂ ਕਿ ਮੈਂ ਜਦੋਂ ਵੀ ਇਹ ਚੀਬਾ ਇੱਕ ਸ਼ਹਿਰ ਹੈ ਜਾਪਾਨ ਦਾ, ਟੋਕੀਓ ਦੇ ਨਾਲ ਹੈ, ਤੇ ਮੈਂ ਜਦੋਂ ਵੀ ਚੀਬਾ ਗਿਆ ਨਾ ਤੇ ਮੈਂ ਲਾਜ਼ਮੀ ਇਸ ਟ੍ਰੇਨ 'ਤੇ ਸਫ਼ਰ ਕਰਾਂਗਾ। ਮੈਂ ਸਪੈਸ਼ਲੀ ਮੈਂ ਕਿਧਰੇ ਜਾਣਾ ਕੋਈ ਨਹੀਂ, ਮੈਂ ਬਾਈਕ ਜਿਹੜੀ ਹੈ ਖੜੀ ਕੀਤੀ ਹੈ ਸਟੇਸ਼ਨ ਦੇ ਉੱਤੇ ਤੇ ਇਸ ਟ੍ਰੇਨ ਦੇ ਉੱਤੇ ਬੈਠਾ ਵਾਂ ਤੇ ਦੂਰ ਐਂਡ ਤੱਕ ਜਾਵਾਂਗਾ ਤੇ ਉੱਥੋਂ ਫਿਰ ਨਜ਼ਾਰੇ ਵੇਖਦਾ ਹੋਇਆ ਵਾਪਸ ਆ ਜਾਵਾਂਗਾ ਤੇ ਸਟੇਸ਼ਨ 'ਤੇ ਉਤਰ ਜਾਵਾਂਗਾ ਵਾਪਸੀ ਨਾ ਦੁਬਾਰਾ। ਫਿਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਇਹ ਜ਼ਲਜ਼ਲਾ ਪ੍ਰੂਫ ਹੈ ਟ੍ਰੇਨ, ਉਹਦੀ ਇੱਕ ਵੱਡੀ ਵਜ੍ਹਾ ਇਹ ਹੀ ਹੈ ਕਿ ਇਹ ਉਲਟਾ ਲਟਕਣ ਦੀ ਵਜ੍ਹਾ ਦੇ ਉੱਤੋਂ ਇਹ ਉਲਟਣ ਦਾ ਖਤਰਾ ਹੀ ਨਹੀਂ ਰਹਿੰਦਾ। ਜਦੋਂ ਵੀ ਜ਼ਲਜ਼ਲਾ ਆਏਗਾ ਇਹ ਹਿਲਜੁਲ ਕਰੇਗੀ ਲੇਕਿਨ ਇਹ ਉਲਟ ਨਹੀਂ ਸਕਦੀ ਕਿਉਂਕਿ ਸਾਰਾ ਵਜ਼ਨ ਜਿਹੜਾ ਉਹ ਪਟਰੀ ਦੇ ਥੱਲੇ ਵੇ। ਯਕੀਨ ਕਰੋ ਇਹ ਜਾਪਾਨ ਦਾ ਬਹੁਤ ਵੱਡਾ ਸ਼ਾਹਕਾਰ ਹੈ। ਮੈਂ ਬਹੁਤ ਜ਼ਿਆਦਾ ਇੰਜੋਏ ਕਰ ਰਿਹਾ। ਤੁਸੀਂ ਵੀਡੀਓ ਵੇਖ ਕੇ ਕਿੰਨਾ ਮਜ਼ਾ ਕਰ ਰਹੇ ਹੋਵੋਗੇ ਤੇ ਰੀਅਲ ਲਾਈਫ ਦੇ ਵਿੱਚ ਇਹਦੇ ਵਿੱਚ ਬਹਿ ਕੇ ਇਹ ਚੀਜ਼ ਇੰਜੋਏ ਕਰਨਾ ਜ਼ਬਰਦਸਤ ਹੈ। ਅਤੇ ਜਾਪਾਨੀ ਇੰਨੇ ਚੰਗੇ ਹੁੰਦੇ ਨੇ ਕਿ ਜਦੋਂ ਕੋਈ ਫੋਰਨਰ ਵੇਖਦੇ ਨੇ ਨਾ ਅਤੇ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਇਹਨਾਂ ਨੇ ਇੰਜੋਏ ਕਰਨਾ ਹੈ। ਅਤੇ ਜਿਹੜੇ ਰੋਜ਼ ਜਿਹਨਾਂ ਦਾ ਕੰਮ ਹੁੰਦਾ ਰੋਜ਼ ਦਾ ਇਹਦੇ 'ਤੇ ਸਫ਼ਰ ਕਰਨਾ, ਉਹ ਸਾਈਡ 'ਤੇ ਹੋ ਜਾਂਦੇ ਨੇ, ਆਪੇ ਹੀ ਸਾਈਡ 'ਤੇ ਹੋ ਜਾਂਦੇ ਨੇ ਅਤੇ ਥੋੜ੍ਹੀ ਜਿਹੀ ਸਮਾਈਲ ਵੀ ਦੇ ਦਿੰਦੇ ਨੇ ਕਿ ਤੁਸੀਂ ਇੱਥੇ ਆ ਕੇ ਅਤੇ ਵੀਡੀਓ ਸ਼ੀਡੀਓ ਬਣਾ ਲਓ ਜਾਂ ਨਜ਼ਾਰਾ ਵੇਖ ਲਓ। ਵੈਸੇ ਤਾਂ ਖਿੜਕੀਆਂ ਤੋਂ ਵੀ ਕਾਫੀ ਅੱਛਾ ਨਜ਼ਾਰਾ ਨਜ਼ਰ ਆਉਂਦਾ ਲੇਕਿਨ ਫਰੰਟ ਤੋਂ ਕਾਫੀ ਖੁੱਲ੍ਹਾ ਵਿਊ ਨਜ਼ਰ ਆਉਂਦਾ ਜਿਹੜਾ ਖਿੜਕੀਆਂ ਤੋਂ ਨਹੀਂ ਨਜ਼ਰ ਆਉਂਦਾ। ਦੋਸਤੋ ਬਹੁਤ ਮਜ਼ਾ ਆ ਰਿਹਾ ਅਤੇ ਇੰਝ ਜਿਵੇਂ ਨਾ ਕੋਈ ਰੋਲਰ ਕੋਸਟਰ ਹੁੰਦੀ ਹੈ। ਇਹ ਇੱਕਦਮ ਹੀ ਸੜਕ ਤੋਂ ਥੱਲੇ ਉਤਰ ਜਾਂਦੀ ਹੈ, ਕਦੀ ਇਹ ਪਾਰਕ ਦੇ ਵਿੱਚੋਂ ਲੰਘਣਾ ਸ਼ੁਰੂ ਹੋ ਜਾਂਦੀ ਹੈ, ਕਦੀ ਇਹ ਦਰਿਆ ਦੇ ਉੱਤੋਂ ਲੰਘਣਾ ਸ਼ੁਰੂ ਹੋ ਜਾਂਦੀ ਹੈ। ਇਹ ਹੁਣ ਥੱਲੇ ਇੱਕ ਪਾਰਕ ਹੈ ਅਤੇ ਪਾਰਕ ਦੇ ਵਿੱਚ ਇਹ ਵੇਖ ਰਹੇ ਹੋ ਛੋਟੇ ਛੋਟੇ ਖੰਭੇ ਹੀ ਨੇ ਨਾ, ਅਤੇ ਉਹ ਇਹਨਾਂ ਨੇ ਛੋਟੇ ਛੋਟੇ ਖੰਭਿਆਂ ਦੇ ਉੱਤੇ ਸਾਰਾ ਸਟਰਕਚਰ ਤਿਆਰ ਕੀਤੇ ਹੈ
ਤੇ ਇਹ ਬਹੁਤ ਅਜੀਬੋ-ਗਰੀਬ ਜਗ੍ਹਾ ਤੋਂ, ਉਹਨਾਂ ਜਗ੍ਹਾ ਤੋਂ ਨਿਕਲ ਕੇ ਜਾਂਦੀ ਹੈ ਜਿੱਥੇ ਆਮ ਟ੍ਰੈਫਿਕ ਦਾ ਤਸੱਵੁਰ ਵੀ ਨਹੀਂ ਪੈਦਾ ਹੁੰਦਾ। ਇਸੇ ਵਜ੍ਹਾ ਤੋਂ ਔਰ ਸਭ ਤੋਂ ਜ਼ਿਆਦਾ ਖੂਬਸੂਰਤ ਨਜ਼ਾਰਾ ਉਦੋਂ ਮਿਲਦਾ ਹੈ ਵੇਖਣ ਨੂੰ ਕਿ ਜਦੋਂ ਉਸ ਸਾਹਮਣਿਓਂ ਕੋਈ ਮੋਨੋਰੇਲ ਆ ਰਹੀ ਹੁੰਦੀ ਨਾ। ਇਹ ਹੁਣ ਸਾਹਮਣਿਓਂ ਮੇਰਾ ਹਾਲੇ ਆਉਣ ਹੀ ਵਾਲੀ ਹੈ ਅਤੇ ਤੁਸੀਂ ਵੇਖਣਾ ਉਹ ਇੰਝ ਲੱਗਦਾ ਕਿ ਸਿੱਧੀ ਆ ਕੇ ਦੇ ਵਿੱਚ ਵੱਜੇਗੀ, ਲੇਕਿਨ ਉਹ ਆਪਣੇ ਟਰੈਕ ਦੇ ਉੱਤੋਂ ਚੁੱਪ ਕਰਕੇ ਸਾਈਡ ਤੋਂ ਨਿਕਲ ਜਾਂਦੀ ਹੈ, ਛਾਂ ਕਰਦੀ। ਵਾਹ ਜੀ ਵਾਹ, ਕਿਆ ਬਾਤ ਹੈ। ਅਸੀਂ ਤਾਂ ਨਿਰਾ ਇਹਦੇ 'ਤੇ ਸੈਰ ਕਰਨ ਹੀ ਆਏ ਸਾਂ, ਹੋਰ ਸਾਨੂੰ ਕੰਮ ਤਾਂ ਕੋਈ ਹੈ ਨਹੀਂ ਸੀ। ਹੁਣ ਅਸੀਂ ਪਰਲੀ ਪਟੜੀ 'ਤੇ ਜਾ ਕੇ ਅਤੇ ਵਾਪਸੀ ਵਾਲੀ ਟ੍ਰੇਨ 'ਤੇ ਬਹਿਣ ਲੱਗੇ ਹਾਂ। ਉਹ ਚੜ ਗਿਆ ਤੁਹਾਨੂੰ ਉੱਪਰ। ਉਹ ਯਾਰ ਇੱਕ ਇੱਥੋਂ ਜੀ ਵੀ ਲੱਗਦਾ, ਤੁਹਾਨੂੰ ਚੜ ਗਿਆ। ਇਹ ਜਨਾਬ ਚੀਬਾ ਦੀ ਮੋਨੋਰੇਲ ਸਪੈਸ਼ਲ। ਬੜੇ ਅਰਸੇ ਤੋਂ ਮੈਂ ਇੰਤਜ਼ਾਰ ਕਰ ਰਿਹਾ ਸਾਂ ਕਿ ਯਾਰ ਕਦੀ ਚੀਬਾ ਗਿਆ ਅਤੇ ਟ੍ਰੇਨ 'ਤੇ ਬਹਿ ਕੇ ਸਫ਼ਰ ਕਰਾਂਗਾ। ਐਵੇਂ ਹੀ ਅਸੀਂ ਪੈਸੇ ਖਰਚ ਰਹੇ ਹਾਂ ਟ੍ਰੇਨ 'ਤੇ। ਪਹਿਲੇ ਅਸੀਂ ਕਾਫੀ ਦੂਰ ਗਏ ਹਾਂ, ਹੁਣ ਵਾਪਸ ਆ ਰਹੇ ਹਾਂ। ਅਸੀਂ ਕੱਲੇ ਫਿਰ ਰਹੇ ਹਾਂ ਸਟੇਸ਼ਨ ਤੇ, ਕੋਈ ਬੰਦਾ ਹੀ ਨਹੀਂ ਜਾਣ ਵਾਲਾ। ਯਾਰ ਭਾਈ ਮਜ਼ੇ ਨਹੀਂ ਕਰ ਰਹੇ। ਚੀਬਾ ਦੇ ਵਿੱਚ ਤਾਂ ਬੰਦਾ ਹੀ ਕੋਈ ਨਹੀਂ, ਰਸ਼ ਕੋਈ ਨਹੀਂ। ਓਸਾਕਾ ਟੋਕੀਓ ਭਰਿਆ ਸਕੂਨ ਵਾਲਾ ਮਾਹੌਲ ਹੈ ਭਾਜੀ, ਕੋਈ ਟੈਨਸ਼ਨ ਨਹੀਂ। ਇੱਧਰ ਹੁਣ ਉੱਧਰੋਂ ਆਉਣੀ ਹੈ ਸਾਡੀ ਨਾ। ਪਹਿਲੇ ਅਸੀਂ ਉੱਥੇ ਉਤਰੇ ਹਾਂ ਅਤੇ ਉੱਧਰੋਂ ਅਸੀਂ ਹੁਣ ਥੱਲੋਂ ਦੀ ਕ੍ਰਾਸ ਕਰਕੇ ਇੱਧਰ ਆ ਗਏ ਹਾਂ। ਉਂਝ ਤਾਂ ਅਸੀਂ ਇੱਥੋਂ ਵੀ ਕਰ ਸਕਦੇ ਸਾਂ ਕ੍ਰਾਸ, ਪਰ ਅਗਲੇ ਨੇ ਲਿਖਿਆ ਹੈ ਉਹ ਕਿ ਜਿਹੜਾ ਇਹ ਬਗੈਰਤੀ ਕਰੇਗਾ ਕ੍ਰਾਸ ਕਰਨ ਵਾਲੀ, ਉਹਨੂੰ ਹਵਾਲਾ ਪੁਲਿਸ ਕੀਤਾ ਜਾਏਗਾ। ਇਹ ਤੁਹਾਡੀ ਵਜ੍ਹਾ ਤੋਂ ਮੈਂ ਨਹੀਂ ਕੀਤਾ, ਨਹੀਂ ਤਾਂ ਮੈਂ ਕਰ ਜਾਣਾ ਸੀ ਕ੍ਰਾਸ। ਅੱਛੀ ਬਾਤ ਨਹੀਂ। ਅੱਛਾ, ਅੱਛੇ ਸ਼ਹਿਰੀ ਬਣੋਗੇ ਤਾਂ ਫਿਰ ਗੱਤਾ ਲੱਭੇਗਾ। ये है जी लटकी ट्रेन, आसमान से लटकी, जापान खजूर में अटकी लटकी ट्रेन। इनका सफ़र कराया जाएगा। और कितने प्यारे जेड़े ने ना उते ਹੁਣ ਅਸੀਂ ਪਿੱਛੇ ਇੱਥੇ ਇੱਧਰ ਕੋਈ ਇੱਧਰ ਬਹਿ ਜਾਈਏ। नहीं ਮੈਂ ਗੱਡੀ ਪੁੱਠੀ ਚਲਾ ਦਿੰਦੇ ਆ। ਲੋ ਦੋਸਤੋ, ਤੁਹਾਨੂੰ ਮੈਂ ਮੋਨੋਰੇਲ ਦਾ ਸਫ਼ਰ ਵਿਖਾ ਦਿੱਤਾ। ਹੁਣ ਥੱਲੇ ਜਾ ਕੇ ਅਸੀਂ ਮੋਨੋਰੇਲ ਨੂੰ ਬਾਹਰੋਂ ਕੈਪਚਰ ਕਰਨ ਦੀ ਕੋਸ਼ਿਸ਼ ਕਰਨੇ ਆ ਕਿ ਇਹ ਥੱਲੋਂ ਕਿਸ ਤਰ੍ਹਾਂ ਲੱਗਦੀ ਹੈ ਗੁਜ਼ਰਦੀ ਹੋਈ। ਅਸੀਂ ਬਸ ਆਪਣੇ ਸਟਾਪ 'ਤੇ ਉਤਰਨ ਹੀ ਵਾਲੇ ਹਾਂ ਅਤੇ ਉਤਰ ਕੇ ਇਹਨੂੰ ਬਾਹਰੋਂ ਦੀ ਕੈਪਚਰ ਕਰਨੇ ਆ ਨਾ। ਇਹ ਪਟਰੀ ਅਸੀਂ ਹੁਣ ਥੱਲੋਂ ਲੰਘ ਰਹੇ ਹਾਂ ਮੋਨੋਰੇਲ ਦੀ ਨਾ, ਅਤੇ ਇਹ ਜਗ੍ਹਾ ਘੱਟ ਹੁੰਦੀ ਵਜ੍ਹਾ ਤੋਂ, ਜਿਸ ਤਰ੍ਹਾਂ ਅਸੀਂ ਦੱਸਿਆ ਨਾ ਕਿ ਜਗ੍ਹਾ ਘੱਟ ਹੋਣ ਦੀ ਵਜ੍ਹਾ ਤੋਂ ਇਹ ਫੁੱਟਪਾਥ ਦੇ ਉੱਤੇ ਹੀ ਇਹ ਇੱਕ ਪਿਲਰ ਹੈ, ਇਹਦੇ ਉੱਤੇ ਪੂਰੀ ਮੋਨੋਰੇਲ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਸਖਤ ਕੰਕਰੀਟ ਦਾ ਪਿਲਰ ਹੈ। ਤੇ ਇਹਨਾਂ ਪਿਲਰਾਂ ਦੇ ਉੱਤੇ ਜਿਹੜਾ ਨਾ ਕਿ ਦੋ ਲਾਈਨਾਂ ਇਹਨਾਂ ਨੇ ਕੱਢੀਆਂ ਨੇ ਉੱਤੋਂ ਦੀ। ਕਿਸ ਤਰ੍ਹਾਂ ਇਹ ਲੋਹੇ ਦਾ ਫਰੇਮ ਹੈ, ਬੜਾ ਮਜ਼ਬੂਤ ਢਾਂਚਾ, ਤੇ ਇਹਦੇ ਉੱਤੋਂ ਲਮਕ ਕੇ ਟ੍ਰੇਨ ਜਾਂਦੀ ਹੈ। ਰੁਕਣਾ ਹਾਲੇ ਉਹਨੇ ਕਿ ਤੁਰ ਪਈਏ? नहीं टुर पई जांदे, मैं साडे उत्तों लंघ जाना है, तुहाडे उत्तों लंघ जांदा, विचों लंघ जांदा। लो जी, ए लो एक और नज़ारा सामने आ रही है ट्रेन। क्या बात है, ओ गई जी, वो जा रही। हाँ जी, ये अपने दोस्त ने वसीम सां ते इन्होंने स्पैशल साड़ी खिदमत च पुलाव पेश करना है अज। माशाअल्लाह ज़बरदस्त। बस ठीक है, बड़े नहीं और ले लांगे दोबारा, ये गरम गरम ही मज़े दे होंगे। अरिगातो गुज़ामस। लो जी, मैं जिंदगी पहली बारी हरम का गोश्त खा रहा। नाल कबाब ने अपना आलू वाले ना? नहीं, हाँ चिकन वाले, चिकन ते विच पोटैटो मिक्स ना? ओके, नाल सलाद खीरा ते नाल रायता, पूरा निज़ाम है। माशाअल्लाह, जज़ाकल्लाह, सुभान अल्लाह। जी दोस्तों, उम्मीद करना ਤੁਹਾਨੂੰ ਜਾਪਾਨ ਦੀ ਇਹ ਖੂਬਸੂਰਤ ਮੋਨੋਰੇਲ ਕਾਫੀ ਪਸੰਦ ਆਈ ਹੋਏਗੀ। ਜਾਪਾਨ ਵਾਕਈ ਟੈਕਨੋਲੋਜੀ ਦੇ ਇਤਬਾਰ ਨਾਲ ਦੁਨੀਆ ਦਾ ਇੱਕ ਬਹੁਤ ਹੀ ਹੈਰਤ ਅੰਗੇਜ਼ ਤੇ ਮੁਨਫਰਿਦ ਮੁਲਕ ਹੈ। ਕਿ ਅਗਰ ਤੁਹਾਨੂੰ ਮੌਕਾ ਮਿਲੇ ਤੇ ਤੁਸੀਂ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਪਸੰਦ ਕਰੋਗੇ? ਕਮੈਂਟਸ ਦੇ ਵਿੱਚ ਲਾਜ਼ਮੀ ਦੱਸਣਾ। ਤੇ ਮੇਰੀ ਇਹ ਵੀਡੀਓ ਤੁਹਾਨੂੰ ਅਗਰ ਅੱਛੀ ਲੱਗੀ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਫਿਰ ਮਿਲਾਂਗੇ ਕਿਸੇ ਹੋਰ ਦਿਲਚਸਪ ਵੀਡੀਓ ਦੇ ਵਿੱਚ। ਤੇ ਜਾਪਾਨ ਦੀ ਇਸ ਖੂਬਸੂਰਤ ਸ਼ਾਮ ਦੇ ਨਾਲ ਖੁਦਾ ਹਾਫਿਜ਼।